ਵੈਲਕਮ ਲਾਈਫ ਸਵਾਗਤ ਜ਼ਿੰਦਗੀ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇੱਕ ਬਹੁਤ ਹੀ ਇੰਪੋਰਟੈਂਟ ਵਿਸ਼ੇ ਬਾਰੇ ਵਿਚਾਰ ਚਰਚਾ ਕਰਨੀ ਹੈ। ਅਸੀਂ ਅੱਜ ਗੱਲ ਕਰਨੀ ਹੈ ਆਪਣੀਆਂ ਭਾਵਨਾਵਾਂ ਦੇ ਸੰਤੁਲਿਤ ਪ੍ਰਗਟਾਵੇ ਬਾਰੇ। ਜੀ ਹਾਂ, ਮੈਨੇਜਿੰਗ ਐਂਡ ਬੈਲੈਂਸਿੰਗ ਦਾ ਇਮੋਸ਼ਨਸ। ਇਮੋਸ਼ਨਲ ਬੈਲੈਂਸ ਜਾਂ ਭਾਵਨਾਵਾਂ ਦਾ ਸੰਤੁਲਨ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਹਿਮ ਰੋਲ ਅਦਾ ਕਰਦਾ ਹੈ। ਬੇਟਾ, ਸਾਡੇ ਸਮਾਜਿਕ ਰਿਸ਼ਤੇ, ਸਾਡੇ ਪਰਿਵਾਰਿਕ ਰਿਸ਼ਤੇ, ਸਾਡੇ ਆਸ-ਪਾਸ ਦਾ ਆਲਾ ਦੁਆਲਾ ਅਤੇ ਸਾਡਾ ਲੋਕਾਂ ਦੇ ਨਾਲ ਵਿਚਰਨ ਦਾ, ਲੋਕਾਂ ਦੇ ਨਾਲ ਸਾਡੇ ਵਤੀਰੇ ਦਾ, ਸਾਡੇ ਵਿਵਹਾਰ ਦਾ ਮੂਲ ਕਾਰਨ ਸਾਡੀਆਂ ਭਾਵਨਾਵਾਂ ਹਨ। ਜੇਕਰ ਅਸੀਂ ਭਾਵੁਕ ਤੌਰ 'ਤੇ ਸੰਤੁਲਿਤ ਹਾਂ, ਸਾਡੀ ਬੈਲੈਂਸਡ ਪਰਸਨੈਲਿਟੀ ਤਾਂ ਹੀ ਹੈ ਜੇਕਰ ਸਾਡੀਆਂ ਭਾਵਨਾਵਾਂ ਦਾ ਬੈਲੈਂਸ ਹੈ। ਜੇਕਰ ਭਾਵਨਾਵਾਂ ਸੰਤੁਲਿਤ ਹਨ, ਬੈਲੈਂਸਡ ਹਨ, ਤਾਂ ਸਾਡੀ ਪਰਸਨੈਲਿਟੀ ਵੀ ਵੈਲ ਡਿਵੈਲਪਡ ਅਤੇ ਵੈਲ ਬੈਲੈਂਸਡ ਹੋਵੇਗੀ। ਜੇਕਰ ਅਸੀਂ ਆਪਣੀ ਸ਼ਖਸੀਅਤ ਦਾ ਸਰਬਪੱਖੀ ਵਿਕਾਸ ਅਤੇ ਨਿਖਾਰ ਚਾਹੁੰਦੇ ਹਾਂ ਤਾਂ ਸਾਨੂੰ ਆਪਣੀਆਂ ਭਾਵਨਾਵਾਂ ਦੇ ਸੰਤੁਲਨ ਨੂੰ ਕਾਇਮ ਕਰਨ ਦੀ ਜ਼ਰੂਰਤ ਪੈਂਦੀ ਹੈ। ਬੇਟਾ, ਅਸੀਂ ਆਪਣੀਆਂ ਭਾਵਨਾਵਾਂ ਨੂੰ ਕਦੋਂ ਅਤੇ ਕਿੰਨਾ ਕੁ ਪ੍ਰਗਟ ਕਰਨਾ ਹੈ, ਕਿਸ ਤਰੀਕੇ ਦੇ ਨਾਲ ਇਮੋਸ਼ਨਲੀ ਮੈਚਿਓਰ ਹੋਣਾ ਹੈ, ਅੱਜ ਦੇ ਵਿਚਾਰ ਚਰਚਾ ਵਿੱਚ ਅਸੀਂ ਇਹੀ ਸਭ ਕੁਝ ਸਿੱਖਣਾ ਹੈ। ਇਸੇ ਬਾਰੇ ਹੀ ਅਸੀਂ ਹੋਰ ਜਾਣਕਾਰੀ ਪ੍ਰਾਪਤ ਕਰਨੀ ਹੈ। ਇਮੋਸ਼ਨਲ ਬੈਲੈਂਸ, ਇਮੋਸ਼ਨਲ ਮੈਚਿਓਰਟੀ ਜਾਂ ਭਾਵਨਾਵਾਂ ਦਾ ਸੰਤੁਲਨ ਕੀ ਹੈ, ਕਿੱਦਾਂ ਕਾਇਮ ਕਰਨਾ ਹੈ ਅਤੇ ਇਸ ਦਾ ਕੀ ਮਹੱਤਵ ਹੈ। ਆਓ ਅੱਜ ਦੀ ਆਪਣੀ ਵਿਚਾਰ ਚਰਚਾ ਵਿੱਚ ਇਹਨਾਂ ਗੱਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਪਿਆਰੇ ਵਿਦਿਆਰਥੀਓ, ਸਕਰੀਨ ਉੱਪਰ ਤੁਹਾਨੂੰ ਦੋ ਚਿਹਰੇ ਦਿਖਾਈ ਦੇ ਰਹੇ ਹਨ, 1 and 2। ਬੇਟਾ, ਤੁਸੀਂ ਸੋਚੋ ਕਿ ਤੁਹਾਨੂੰ ਪਹਿਲਾ ਚਿਹਰਾ ਜ਼ਿਆਦਾ ਪਸੰਦ ਹੈ ਕਿ ਦੂਸਰਾ। ਦੋਨਾਂ ਵਿੱਚ ਫਰਕ ਕੀ ਹੈ? ਜਿਹੜਾ ਪਹਿਲਾ ਹੈ ਉਹ ਕੀ ਹੈ? ਸਮਾਈਲ ਕਰ ਰਿਹਾ ਹੈ, ਖੁਸ਼ ਹੈ, ਮੁਸਕਰਾ ਰਿਹਾ ਹੈ। ਤੇ ਦੂਸਰਾ ਜਿਹੜਾ ਹੈ ਉਹ ਕੀ ਹੈ? ਉਦਾਸ ਹੈ, ਦੁਖੀ ਹੈ। ਤੁਹਾਨੂੰ ਕਿਹੜਾ ਚਿਹਰਾ ਜ਼ਿਆਦਾ ਪਸੰਦ ਹੈ? ਜੀ ਹਾਂ, ਸਭ ਨੂੰ ਪਹਿਲਾ ਚਿਹਰਾ ਹੀ ਪਸੰਦ ਹੈ। ਹਰੇਕ ਨੂੰ ਹੱਸਦਾ, ਮੁਸਕਰਾਉਂਦਾ, ਖਿੜਿਆ ਹੋਇਆ ਚਿਹਰਾ ਹੀ ਪਸੰਦ ਹੈ। ਅਸੀਂ ਆਤਮ ਝਾਤ ਰਾਹੀਂ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੇ ਕਾਬਿਲ ਹੋ ਜਾਈਏ ਤਾਂ ਅਸੀਂ ਸਮਝਦਾਰੀ ਦੀ ਪੌੜੀ ਉੱਪਰ ਚੜ੍ਹਨਾ ਸ਼ੁਰੂ ਕਰ ਦਿੰਦੇ ਹਾਂ। ਬੇਟਾ, ਸਾਨੂੰ ਪੂਰੀ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਕਦੋਂ ਖੁਸ਼ ਹੋਣਾ ਹੈ ਤੇ ਕਿੰਨਾ, ਕਦੋਂ ਹੱਸਣਾ ਹੈ ਤੇ ਕਿੰਨਾ, ਕਦੋਂ ਰੋਣਾ ਹੈ ਤੇ ਕਿੰਨਾ, ਕਦੋਂ ਗੁੱਸਾ ਵਿਖਾਉਣਾ ਹੈ ਤੇ ਕਿੰਨਾ। ਬਿਨਾਂ ਕਾਰਨ ਤੋਂ ਨਾ ਤਾਂ ਹੱਸਣਾ ਹੈ, ਨਾ ਰੋਣਾ ਹੈ ਤੇ ਨਾ ਹੀ ਗੁੱਸਾ ਦਿਖਾਉਣਾ ਹੈ। ਇਸ ਲਈ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝ ਕੇ ਪੂਰੀ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਕਦੋਂ ਤੇ ਕਿਵੇਂ ਆਪਣੀ ਭਾਵਨਾ ਨੂੰ ਸਹੀ ਤਰੀਕੇ ਨਾਲ ਪ੍ਰਗਟ ਕਰਨਾ ਹੈ। ਬੇਟਾ, ਤੁਹਾਨੂੰ ਇੱਕ ਸਮੁੰਦਰ ਦਿਖਾਈ ਦੇ ਰਿਹਾ ਹੈ। ਸਮੁੰਦਰ ਸ਼ਾਂਤ, ਸਾਫ਼ ਪਾਣੀ ਦਾ ਸਮੁੰਦਰ ਦਿਖਾਈ ਦੇ ਰਿਹਾ ਹੈ ਅਤੇ ਜਿਸ ਵਿੱਚ ਛੱਲਾਂ ਆ ਰਹੀਆਂ ਹਨ ਲੇਕਿਨ ਸ਼ਾਂਤ ਹਨ। ਬਿਲਕੁਲ ਸ਼ਾਂਤੀ ਦੇ ਨਾਲ ਸਮੁੰਦਰ ਜਿਹੜਾ ਹੈ ਉਸ ਵਿੱਚ ਛੱਲਾਂ ਤੁਹਾਨੂੰ ਦਿਖਾਈ ਦੇ ਰਹੀਆਂ ਹਨ। ਬੇਟਾ, ਇਸ ਦਾ ਕੀ ਭਾਵ ਹੈ? ਜੇਕਰ ਅਸੀਂ ਇਸ ਸਮੁੰਦਰ ਦੀ ਤੁਲਨਾ ਆਪਣੀਆਂ ਭਾਵਨਾਵਾਂ ਦੇ ਸਮੁੰਦਰ ਨਾਲ ਕਰ ਰਹੀਏ ਤਾਂ ਬੇਟਾ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝ ਸਕਦੇ ਹਾਂ। ਬੇਟਾ, ਜਿਵੇਂ ਇਹ ਛੱਲਾਂ ਤੁਹਾਨੂੰ ਦਿਖਾਈ ਦੇ ਰਹੀਆਂ ਹਨ, ਇਸੇ ਤਰ੍ਹਾਂ ਸਾਡੀਆਂ ਭਾਵਨਾਵਾਂ ਵਿੱਚ ਵੀ ਉਤਾਰ ਚੜ੍ਹਾਅ ਆਉਂਦੇ ਰਹਿੰਦੇ ਹਨ। ਇਸੇ ਤਰ੍ਹਾਂ ਸਾਡੀਆਂ ਭਾਵਨਾਵਾਂ ਵੀ ਕਈ ਵਾਰ ਉਛਾਲ ਖਾਂਦੀਆਂ ਹਨ। ਬੇਟਾ, ਪਹਿਲਾਂ ਤੁਹਾਨੂੰ ਸ਼ਾਂਤ ਸਮੁੰਦਰ ਦਿਖਾਈ ਦੇ ਰਿਹਾ ਸੀ ਜੋ ਕਿ ਖੁਸ਼ਹਾਲੀ ਦਾ ਪ੍ਰਤੀਕ ਸੀ। ਇਸ ਤੋਂ ਅੱਗੇ ਹੁਣ ਸਮੁੰਦਰ ਵਿੱਚ ਲਹਿਰਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਸਮੁੰਦਰ ਵਿਚਲਾ ਪਾਣੀ ਉੱਠ ਰਹੀਆਂ ਛੱਲਾਂ ਕਾਰਨ ਅਸ਼ਾਂਤ ਦਿਖਾਈ ਦੇ ਰਿਹਾ ਹੈ। ਇਸੇ ਲਈ ਇਸ ਤਰ੍ਹਾਂ ਬੇਚੈਨੀ ਅਤੇ ਗੁੱਸੇ ਦੇ ਕਾਰਨ ਸਾਡੀ ਜ਼ਿੰਦਗੀ ਵਿੱਚ ਵੀ ਕਈ ਵਾਰ ਛੱਲਾਂ ਉੱਠਦੀਆਂ ਹਨ। ਬੇਟਾ, ਜੇ ਕਦੇ ਕਦੇ ਸਾਨੂੰ ਗੁੱਸਾ, ਉਦਾਸੀ, ਨਾਰਾਜ਼ਗੀ, ਈਰਖਾ ਜਾਂ ਸਾੜਾ ਹੁੰਦਾ ਹੈ ਤਾਂ ਇਹ ਸਧਾਰਨ ਗੱਲ ਹੈ, ਪਰੰਤੂ ਇਹਨਾਂ ਭਾਵਨਾ ਉੱਪਰ ਕਾਬੂ ਰੱਖਣਾ ਅਤਿ ਜ਼ਰੂਰੀ ਹੈ। ਬੇਟਾ, ਹੁਣ ਤੁਹਾਨੂੰ ਸਮੁੰਦਰ ਵਿੱਚ ਉੱਚੀਆਂ ਉੱਚੀਆਂ ਲਹਿਰਾਂ ਉੱਠਦੀਆਂ ਦਿਖਾਈ ਦੇ ਰਹੀਆਂ ਹਨ। ਸਮੁੰਦਰ ਵਿਚਲਾ ਪਾਣੀ ਬੇਕਾਬੂ ਹੋਈਆਂ ਉੱਚੀਆਂ ਉੱਠ ਰਹੀਆਂ ਛੱਲਾਂ ਕਾਰਨ ਬਹੁਤ ਜ਼ਿਆਦਾ ਅਸ਼ਾਂਤ ਦਿਖਾਈ ਦੇ ਰਿਹਾ ਹੈ। ਇਸ ਲਈ ਇਹ ਜੇਕਰ ਕਾਬੂ ਤੋਂ ਬਾਹਰ ਹੋ ਜਾਣ ਤਾਂ ਸੁਨਾਮੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ।
ਬੇਟਾ ਜਿਵੇਂ ਬੇਕਾਬੂ ਸਮੁੰਦਰੀ ਛੱਲਾਂ ਤਬਾਹੀ ਮਚਾ ਦਿੰਦੀਆਂ ਹਨ, ਆਪਣੇ ਆਸ-ਪਾਸ ਦੀਆਂ ਸਭ ਚੀਜ਼ਾਂ ਨੂੰ ਤਹਿਸ-ਨਹਿਸ ਕਰ ਸਕਦੀਆਂ ਹਨ, ਇਸੇ ਤਰ੍ਹਾਂ ਸਾਡੀਆਂ ਬੇਕਾਬੂ ਭਾਵਨਾਵਾਂ ਜਾਂ ਜ਼ਿਆਦਾ ਗੁੱਸਾ, ਈਰਖਾ ਜਾਂ ਸਾੜਾ, ਨਫ਼ਰਤ, ਜੈਲਸੀ ਵੀ ਆਪਣੇ ਨਾਲ ਤਬਾਹੀ ਹੀ ਲਿਆਉਂਦੀਆਂ ਹਨ ਅਤੇ ਸਾਡੀ ਸਰੀਰਕ ਸਿਹਤ, ਮਾਨਸਿਕਤਾ, ਪਰਿਵਾਰਿਕ ਅਤੇ ਸਮਾਜਿਕ ਰਿਸ਼ਤੇ ਵੀ ਪ੍ਰਭਾਵਿਤ ਕਰਦੀਆਂ ਹਨ। ਇਸ ਲਈ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਕਾਬੂ ਕਰਨਾ ਸਿੱਖਣਾ ਚਾਹੀਦਾ ਹੈ। ਬੇਟਾ ਜੇ ਅਸੀਂ ਆਪਣੀਆਂ ਖੁਦ ਦੀਆਂ ਭਾਵਨਾਵਾਂ ਨੂੰ ਸਮਝ ਕੇ ਸਵੈ ਪੜਚੋਲ ਕਰਨ ਦੇ ਕਾਬਿਲ ਬਣ ਜਾਈਏ ਤਾਂ ਅਸੀਂ ਬਹੁਤ ਹੀ ਸੂਝਵਾਨ ਅਤੇ ਸਫਲ ਵਿਦਿਆਰਥੀ ਬਣ ਸਕਦੇ ਹਾਂ, ਕਿਉਂਕਿ ਭਾਵਨਾਵਾਂ ਹੀ ਸਾਡੀ ਜ਼ਿੰਦਗੀ ਨੂੰ ਚਲਾ ਰਹੀਆਂ ਹਨ। ਬੇਟਾ ਤੁਹਾਨੂੰ ਸਕਰੀਨ 'ਤੇ ਦਿਖਾਈ ਦੇ ਰਿਹਾ ਹੈ ਕਿ ਕਈ ਵਾਰ ਅਸੀਂ ਬਹੁਤ ਹੀ ਉਦਾਸ ਜਾਂ ਗੁੱਸੇ ਵਿੱਚ ਹੁੰਦੇ ਹਾਂ, ਨਾਰਾਜ਼ ਹੁੰਦੇ ਹਾਂ। ਕਈ ਵਾਰ ਅਸੀਂ ਉਦਾਸ ਰਹਿੰਦੇ ਹਾਂ ਜਾਂ ਸ਼ਾਂਤ ਰਹਿੰਦੇ ਹਾਂ ਅਤੇ ਕਈ ਵਾਰ ਅਸੀਂ ਬਹੁਤ ਹੀ ਜ਼ਿਆਦਾ ਖੁਸ਼ ਜਾਂ ਬਹੁਤ ਹੀ ਜ਼ਿਆਦਾ ਹਸਮੁਖ ਖਿੜੇ ਖਿੜੇ ਰਹਿੰਦੇ ਹਾਂ। ਬੇਟਾ ਇਸ ਤਰੀਕੇ ਦੇ ਨਾਲ ਸਾਨੂੰ ਰੋਜ਼ ਹੀ ਕਦੀ ਕਿਸੇ ਤਰ੍ਹਾਂ ਦੀ ਭਾਵਨਾ ਆਉਂਦੀ ਹੈ ਅਤੇ ਕਦੀ ਅਸੀਂ ਕਿਸੇ ਤਰੀਕੇ ਨਾਲ ਮਹਿਸੂਸ ਕਰਦੇ ਹਾਂ। ਬੇਟਾ ਤੁਸੀਂ ਅੱਜ ਆਪਣੇ ਆਪ ਨੂੰ ਇੱਕ ਪ੍ਰਸ਼ਨ ਪੁੱਛੋ ਕਿ ਅੱਜ ਮੈਂ ਕਿਵੇਂ ਮਹਿਸੂਸ ਕਰਦਾ ਹਾਂ, ਅੱਜ ਮੇਰੀਆਂ ਫੀਲਿੰਗਸ ਕਿਹੋ ਜਿਹੀਆਂ ਹਨ, ਅੱਜ ਮੈਂ ਕਿਹੋ ਜਿਹਾ ਅਨੁਭਵ ਕਰ ਰਿਹਾ ਹਾਂ। ਅੱਜ ਆਪਣੇ ਖੁਦ ਦੇ ਅੰਦਰ ਝਾਤੀ ਮਾਰ ਕੇ ਆਪਣੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਕੀ ਦੇਖਣਾ ਹੈ ਕਿ ਅੱਜ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਜਾਂ ਮੈਂ ਅੱਜ ਉਦਾਸ ਹਾਂ ਜਾਂ ਮੈਂ ਅੱਜ ਬਹੁਤ ਜ਼ਿਆਦਾ ਉਤਸ਼ਾਹਿਤ ਹਾਂ। ਆਪਣੀਆਂ ਫੀਲਿੰਗਸ ਨੂੰ, ਆਪਣੇ ਜਜ਼ਬਾਤਾਂ ਨੂੰ ਸਮਝਣ ਲਈ ਆਪਣੇ ਆਪ ਨੂੰ ਇਹ ਪ੍ਰਸ਼ਨ ਪੁੱਛਣਾ ਹੈ ਕਿ ਮੈਂ ਕਿਵੇਂ ਮਹਿਸੂਸ ਕਰ ਰਿਹਾ ਹਾਂ, ਮੈਂ ਕਿਵੇਂ ਅਨੁਭਵ ਕਰ ਰਿਹਾ ਹਾਂ। ਬੇਟਾ ਆਪਣੇ ਆਪ ਨੂੰ ਇਹ ਕੁਐਸਚਨ ਪੁੱਛੋ। ਬੇਟਾ ਜੇ ਸਵੈ ਪੜਚੋਲ ਕਰਕੇ ਆਪਣੇ ਜਜ਼ਬਾਤਾਂ ਨੂੰ ਸਮਝ ਕੇ ਅਤੇ ਇਹਨਾਂ ਨੂੰ ਸਕਾਰਾਤਮਕ ਸੇਧ ਦੇ ਕੇ ਅਸੀਂ ਸੂਝਵਾਨ ਅਤੇ ਸਫਲ ਵਿਦਿਆਰਥੀ ਬਣ ਸਕਦੇ ਹਾਂ, ਕਿਉਂਕਿ ਭਾਵਨਾਵਾਂ ਦਾ ਸੰਤੁਲਨ ਸਾਡੀ ਜ਼ਿੰਦਗੀ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ। ਸਾਡੀ ਸਰੀਰਕ ਤੰਦਰੁਸਤੀ, ਮਾਨਸਿਕ ਸਿਹਤ, ਪਰਿਵਾਰਕ ਸੰਬੰਧ ਅਤੇ ਸਮਾਜਿਕ ਰਿਸ਼ਤੇ ਸਭ ਸਾਡੀਆਂ ਸੰਵੇਦਨਾਵਾਂ ਦੇ ਸੰਤੁਲਨ ਨਾਲ ਜੁੜੇ ਹੋਏ ਹਨ। ਜੇਕਰ ਸਾਡੀਆਂ ਭਾਵਨਾਵਾਂ ਦਾ ਸੰਤੁਲਨ ਬਣਿਆ ਹੋਇਆ ਹੈ, ਸਾਡੀਆਂ ਸੰਵੇਦਨਾਵਾਂ ਸੰਤੁਲਿਤ ਹਨ, ਤਾਂ ਸਾਡੇ ਮਾਨਸਿਕ ਸਿਹਤ, ਪਰਿਵਾਰਿਕ ਸੰਬੰਧ ਅਤੇ ਸਮਾਜਿਕ ਰਿਸ਼ਤੇ ਵੀ ਬਹੁਤ ਹੀ ਸਕਾਰਾਤਮਕ ਹੋਣਗੇ। ਬੇਟਾ ਭਾਵਨਾਵਾਂ ਦੇ ਸੰਤੁਲਨ ਤੋਂ ਭਾਵ ਹੈ ਕਿ ਸਾਨੂੰ ਪੂਰੀ ਸੋਝੀ ਹੋਣੀ ਚਾਹੀਦੀ ਹੈ ਕਿ ਕਿਹੜੀ ਭਾਵਨਾ ਨੂੰ ਕਦੋਂ ਅਤੇ ਕਿੰਨਾ ਕੁ ਪ੍ਰਗਟ ਕਰਨਾ ਹੈ। ਸਾਨੂੰ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਲਈ ਇੱਕ ਸੀਮਾ ਨਿਸ਼ਚਿਤ ਕਰ ਲੈਣੀ ਚਾਹੀਦੀ ਹੈ। ਸਾਨੂੰ ਤੋਲ ਮੋਲ ਕੇ, ਹਿਸਾਬ ਲਗਾ ਕੇ, ਗਿਣ ਮਿਣ ਕੇ ਆਪਣੀਆਂ ਭਾਵਨਾਵਾਂ ਦੇ ਪ੍ਰਗਟਾਵੇ ਦਾ ਸੰਤੁਲਨ ਬਣਾਉਣਾ ਚਾਹੀਦਾ ਹੈ। ਤਾਂ ਹੀ ਅਸੀਂ ਇੱਕ ਸੂਝਵਾਨ, ਸਮਰੱਥ ਅਤੇ ਸਰਬਪੱਖੀ ਸ਼ਖਸੀਅਤ ਬਣ ਸਕਦੇ ਹਾਂ। ਬੇਟਾ ਜੇਕਰ ਸਾਡੀਆਂ ਭਾਵਨਾਵਾਂ ਸਾਡੇ ਨਿਯੰਤਰਣ ਵਿੱਚ ਹਨ, ਸਾਡੀਆਂ ਭਾਵਨਾਵਾਂ ਸੰਤੁਲਿਤ ਹਨ, ਤਾਂ ਸਾਡੀ ਜ਼ਿੰਦਗੀ ਬਹੁਤ ਹੀ ਖੁਸ਼ਹਾਲ ਹੋ ਜਾਂਦੀ ਹੈ, ਕਿਉਂਕਿ ਸਾਡੀ ਸਿੱਖਣ ਦੀ ਸਮਰੱਥਾ, ਸੋਚਣ ਦੀ ਸ਼ਕਤੀ, ਯਾਦਾਸ਼ਤ, ਸਾਡੀ ਮਾਨਸਿਕਤਾ, ਸਾਡੀ ਸਿਹਤ ਅਤੇ ਤੰਦਰੁਸਤੀ, ਸਾਡਾ ਰਿਸ਼ਤਿਆਂ ਦਾ ਤਾਣਾ ਬਾਣਾ ਅਤੇ ਫੈਸਲਾ ਲੈਣ ਦੀ ਕਾਬਲੀਅਤ ਸਭ ਸਾਡੀਆਂ ਭਾਵਨਾਵਾਂ 'ਤੇ ਨਿਰਭਰ ਕਰਦੇ ਹਨ। ਸਾਰੀਆਂ ਚੀਜ਼ਾਂ ਸਾਡੇ ਭਾਵਨਾਵਾਂ ਨਾਲ ਜੁੜੀਆਂ ਹੋਈਆਂ ਹਨ। ਜੇਕਰ ਸਾਡੀਆਂ ਭਾਵਨਾਵਾਂ ਸੰਤੁਲਿਤ ਹਨ, ਬੈਲੈਂਸਡ ਹਨ, ਮੈਨੇਜਡ ਹਨ, ਤਾਂ ਕੀ ਹੋਏਗਾ ਕਿ ਸਾਡੀ ਜ਼ਿੰਦਗੀ ਬਿਲਕੁਲ ਸਹੀ ਟਰੈਕ 'ਤੇ ਚੱਲਦੀ ਰਹੇਗੀ ਅਤੇ ਸਾਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀਂ ਆਉਂਦੀ। ਬੇਟਾ ਸਾਡੀਆਂ ਸਕਾਰਾਤਮਕ ਭਾਵਨਾਵਾਂ ਖੁਸ਼ੀ, ਮਾਣ, ਭਰੋਸਾ, ਵਿਸ਼ਵਾਸ, ਆਸ, ਪਿਆਰ ਅਤੇ ਹਮਦਰਦੀ ਇਹ ਸਾਡੇ ਜੀਵਨ ਦਾ ਮੂਲ ਆਧਾਰ ਹਨ। ਇਹਨਾਂ ਨਾਲ ਅਸੀਂ ਹਮੇਸ਼ਾ ਉਤਸ਼ਾਹਿਤ ਰਹਿੰਦੇ ਹਾਂ ਅਤੇ ਅਗਾਂਹ ਵਧੂ ਸਕਾਰਾਤਮਕ ਸੋਚਦੇ ਹਾਂ, ਅੱਗੇ ਵਧਣ ਦੇ ਹੌਸਲੇ ਰੱਖਦੇ ਹਾਂ। ਇਸੇ ਤਰ੍ਹਾਂ ਸਾਨੂੰ ਜਿਹੜੀ ਖੁਸ਼ੀ ਹੈ, ਸਾਡਾ ਮਾਣ ਹੈ, ਸਾਨੂੰ ਪਿਆਰ, ਹਮਦਰਦੀ, ਆਸ, ਭਰੋਸਾ ਅਤੇ ਵਿਸ਼ਵਾਸ ਜਿਹੜਾ ਹੈ ਉਹ ਸਾਡੀਆਂ ਪੋਜ਼ੀਟਿਵ ਫੀਲਿੰਗਸ ਹਨ, ਸਕਾਰਾਤਮਕ ਭਾਵਨਾਵਾਂ ਹਨ ਜੋ ਸਾਨੂੰ ਅੱਗੇ ਵਧਣ ਦਾ ਹੌਸਲਾ ਦਿੰਦੀਆਂ ਹਨ, ਉਤਸ਼ਾਹਿਤ ਕਰਦੀਆਂ ਹਨ। ਬੇਟਾ ਇਸੇ ਤਰ੍ਹਾਂ ਸਾਡੀਆਂ ਕੁਝ ਨਕਾਰਾਤਮਕ ਭਾਵਨਾਵਾਂ ਹਨ, ਜਿਵੇਂ ਉਦਾਸੀ, ਪਛਤਾਵਾ, ਸ਼ਰਮਿੰਦਗੀ, ਈਰਖਾ, ਸਾੜਾ, ਬੇਚੈਨੀ, ਡਰ, ਘਬਰਾਹਟ, ਨਿਰਾਸ਼ਾ,
ਗੁੱਸਾ ਜਾਂ ਨਾਰਾਜ਼ਗੀ, ਇਹ ਸਾਡੀਆਂ ਨੈਗੇਟਿਵ ਫੀਲਿੰਗਸ ਹਨ। ਬੇਟਾ ਇਹਨਾਂ 'ਤੇ ਅਸੀਂ ਕੰਟਰੋਲ ਕਰਨਾ ਹੈ, ਇਹਨਾਂ ਦਾ ਬੈਲੈਂਸ ਬਣਾ ਕੇ ਚੱਲਣਾ ਹੈ, ਇਹਨਾਂ ਨੂੰ ਮੈਨੇਜ ਕਰਨਾ ਸਿੱਖਣਾ ਹੈ, ਇਹਨਾਂ ਨੂੰ ਆਪਣੇ ਆਪ ਉੱਤੇ ਹਾਵੀ ਨਹੀਂ ਹੋਣ ਦੇਣਾ ਅਤੇ ਇੱਕ ਸੰਤੁਲਨ ਬਣਾ ਕੇ, ਇੱਕ ਸੰਤੁਲਨ ਕਾਇਮ ਕਰਕੇ ਅਸੀਂ ਅਗਾਂਹ ਵਧਣਾ ਹੈ, ਤਾਂ ਕਿ ਇਹਨਾਂ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਡਾਵਾਂਡੋਲ ਨਾ ਹੋ ਜਾਵੇ। ਬੇਟਾ ਆਓ ਦੇਖੀਏ ਕਿ ਅਸੀਂ ਭਾਵਨਾਵਾਂ ਦੇ ਕਿਸ ਦਾਇਰੇ ਵਿੱਚ ਹਾਂ। ਬੇਟਾ ਤੁਹਾਨੂੰ ਭਾਵਨਾਵਾਂ ਦੇ 4 ਦਾਇਰੇ ਦਿਖਾਈ ਦੇ ਰਹੇ ਹਨ। ਕਿਹੜੇ ਕਿਹੜੇ ਹਨ? ਸੁਨਹਿਰੀ ਦਾਇਰਾ ਹੈ, ਪੀਲਾ ਦਾਇਰਾ ਹੈ, ਸੰਤਰੀ ਦਾਇਰਾ ਹੈ ਅਤੇ ਲਾਲ ਦਾਇਰਾ ਹੈ। ਤੁਸੀਂ ਆਪਣੀ ਸੈਲਫ ਇਵੈਲੂਏਸ਼ਨ ਕਰਨੀ ਹੈ, ਆਪ ਖੁਦ ਚੈੱਕ ਕਰਨਾ ਹੈ ਕਿ ਤੁਸੀਂ ਭਾਵਨਾਵਾਂ ਦੇ ਕਿਸ ਦਾਇਰੇ ਵਿੱਚ ਆਉਂਦੇ ਹੋ। ਉਦਾਹਰਣ ਵਜੋਂ ਜਿਹੜਾ ਸੁਨਹਿਰੀ ਦਾਇਰਾ ਹੈ, ਸਭ ਤੋਂ ਬਾਹਰ ਵਾਲਾ ਦਾਇਰਾ ਹੈ, ਇਹ ਕਿਹੜਾ ਹੈ? ਇਹ ਸਭ ਤੋਂ ਵਧੀਆ ਦਾਇਰਾ ਹੈ। ਜੇਕਰ ਤੁਸੀਂ ਸੁਨਹਿਰੀ ਦਾਇਰੇ ਵਿੱਚ ਆਉਂਦੇ ਹੋ ਤਾਂ ਤੁਸੀਂ ਪ੍ਰਸ਼ੰਸਾ ਦੇ ਕਾਬਿਲ ਹੋ, ਕਿਉਂਕਿ ਤੁਸੀਂ ਖੁਸ਼ ਹੋ, ਸੰਤੁਸ਼ਟ ਹੋ ਅਤੇ ਸ਼ਾਂਤ ਹੋ। ਬੇਟਾ ਹਮੇਸ਼ਾ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਸੁਨਹਿਰੀ ਦਾਇਰੇ ਵਿੱਚ ਹੀ ਰਹੋ। ਬੇਟਾ ਹੁਣ ਅਸੀਂ ਆਪਣੀ ਸੰਵੇਦਨਸ਼ੀਲਤਾ ਦਾ ਲੇਖਾ ਜੋਖਾ ਕਰਨਾ ਹੈ। ਤੁਹਾਨੂੰ ਇੱਕ ਸਾਰਣੀ ਦਿੱਤੀ ਗਈ ਹੈ, ਜਿਸ ਵਿੱਚ ਤੁਸੀਂ ਸਭ ਤੋਂ ਪਹਿਲਾਂ ਆਪਣਾ ਨਾਮ ਲਿਖਣਾ ਹੈ। ਫਿਰ ਬੇਟਾ ਤੁਹਾਨੂੰ ਕੁਝ ਭਾਵਨਾਵਾਂ ਦਿੱਤੀਆਂ ਗਈਆਂ ਹਨ ਕਿ ਤੁਹਾਨੂੰ ਇਸ ਤਰ੍ਹਾਂ ਕਦੋਂ ਫੀਲ ਹੁੰਦਾ ਹੈ, ਤੁਸੀਂ ਕਦੋਂ ਮਹਿਸੂਸ ਕਰਦੇ ਹੋ। ਤੁਸੀਂ ਇਸ ਸਾਰਣੀ ਨੂੰ ਪੂਰਾ ਕਰਨਾ ਹੈ। ਜਿਵੇਂ ਸਭ ਤੋਂ ਪਹਿਲਾਂ ਦਿੱਤਾ ਹੈ, ਮੈਨੂੰ ਖੁਸ਼ੀ ਹੁੰਦੀ ਹੈ ਜਦੋਂ। ਤੁਸੀਂ ਲਿਖ ਲੈਣਾ ਹੈ ਕਿ ਤੁਹਾਨੂੰ ਖੁਸ਼ੀ ਕਦੋਂ ਹੁੰਦੀ ਹੈ। ਇਸੇ ਤਰ੍ਹਾਂ ਮੈਨੂੰ ਦੁੱਖ ਹੁੰਦਾ ਹੈ, ਮੈਨੂੰ ਡਰ ਲੱਗਦਾ ਹੈ ਜਾਂ ਮੈਨੂੰ ਨਫ਼ਰਤ ਹੁੰਦੀ ਹੈ। ਕਦੋਂ ਹੁੰਦੀ ਹੈ ਉਹ ਤੁਸੀਂ ਇਸ ਸਾਰਣੀ ਦੇ ਵਿੱਚ ਲਿਖ ਕੇ ਇਸ ਸਾਰਣੀ ਨੂੰ ਪੂਰਾ ਕਰ ਲੈਣਾ ਹੈ। ਬੇਟਾ ਇਸੇ ਤਰੀਕੇ ਦੇ ਨਾਲ ਕੁਝ ਹੋਰ ਭਾਵਨਾਵਾਂ ਦਿੱਤੀਆਂ ਗਈਆਂ ਹਨ, ਜਿਹੜੀਆਂ ਤੁਸੀਂ ਇਸ ਸਾਰਣੀ ਵਿੱਚ ਲਿਖ ਕੇ ਪੂਰੀਆਂ ਕਰ ਲੈਣੀਆਂ ਹਨ। ਜਿਵੇਂ ਅਗਲੀ ਜਿਹੜੀ ਭਾਵਨਾ ਹੈ ਉਹ ਕਿਹੜੀ ਹੈ ਕਿ ਮੈਨੂੰ ਮਾਣ ਹੁੰਦਾ ਹੈ, ਮੈਨੂੰ ਨਿਰਾਸ਼ਾ ਹੁੰਦੀ ਹੈ, ਮੈਨੂੰ ਹਮਦਰਦੀ ਹੁੰਦੀ ਹੈ ਜਾਂ ਮੈਨੂੰ ਭਰੋਸਾ ਬਚਦਾ ਹੈ। ਜਦੋਂ ਵੀ ਤੁਹਾਨੂੰ ਇਹ ਚੀਜ਼ਾਂ ਅਨੁਭਵ ਹੁੰਦੀਆਂ ਹਨ ਤਾਂ ਤੁਸੀਂ ਉਸੇ ਹਿਸਾਬ ਦੇ ਨਾਲ ਇਸ ਸਾਰਣੀ ਵਿੱਚ ਲਿਖ ਲੈਣਾ ਹੈ ਅਤੇ ਇਸ ਸਾਰਣੀ ਨੂੰ ਪੂਰਾ ਕਰਕੇ ਆਪਣੀ ਸੰਵੇਦਨਸ਼ੀਲਤਾ ਦਾ ਲੇਖਾ ਜੋਖਾ ਕਰਨਾ ਹੈ, ਆਪਣੀ ਸੰਵੇਦਨਸ਼ੀਲਤਾ ਦਾ ਹਿਸਾਬ ਕਿਤਾਬ ਰੱਖਣਾ ਹੈ। ਬੇਟਾ ਆਓ ਹੁਣ ਅਸੀਂ ਸੋਚੀਏ ਕਿ ਭਾਵਨਾਵਾਂ ਦਾ ਸਹੀ ਪ੍ਰਗਟਾਵਾ ਕਰਨ ਦਾ ਕਿਹੜਾ ਤਰੀਕਾ ਹੈ। ਬੇਟਾ ਜਦੋਂ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਤਾਂ ਸਾਡੇ ਲਈ ਕੀ ਕਰਨਾ ਸਹੀ ਹੋਵੇਗਾ। ਬੇਟਾ ਜਦੋਂ ਵੀ ਅਸੀਂ ਖੁਸ਼ ਹੁੰਦੇ ਹਾਂ, ਸਾਨੂੰ ਖੁਸ਼ੀ ਮਿਲਦੀ ਹੈ ਤਾਂ ਸਾਨੂੰ ਹਮੇਸ਼ਾ ਦੂਜਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ। ਇਸੇ ਤਰ੍ਹਾਂ ਜਦੋਂ ਸਾਨੂੰ ਕਈ ਵਾਰੀ ਮਾਣ ਹੁੰਦਾ ਹੈ, ਅਸੀਂ ਪ੍ਰਾਊਡ ਫੀਲ ਕਰਦੇ ਹਾਂ, ਤਾਂ ਕੀ ਕਰਨਾ ਹੈ? ਨਿਮਰਤਾ ਅਤੇ ਹਲੀਮੀ ਵਿੱਚ ਰਹਿਣਾ ਹੈ, ਹੰਕਾਰ ਨਹੀਂ ਕਰਨਾ ਅਤੇ ਚੰਗਿਆਈ ਦੇ ਰਸਤੇ ਉੱਪਰ ਚੱਲਦੇ ਰਹਿਣਾ ਹੈ, ਤਾਂ ਕਿ ਸਾਨੂੰ ਹੋਰ ਇਸ ਤਰ੍ਹਾਂ ਦੀਆਂ ਗੁੱਡ ਫੀਲਿੰਗਸ ਆਉਂਦੀਆਂ ਰਹਿਣ ਅਤੇ ਅਸੀਂ ਹੋਰ ਜਿਹੜਾ ਅੱਗੇ ਵੱਧਦੇ ਜਾਈਏ। ਬੇਟਾ ਇਸੇ ਤਰ੍ਹਾਂ ਭਰੋਸਾ ਜਾਂ ਵਿਸ਼ਵਾਸ ਵੀ ਇੱਕ ਸਕਾਰਾਤਮਕ ਭਾਵਨਾ ਹੈ। ਬੇਟਾ ਅਸੀਂ ਹਰੇਕ ਗੱਲ ਹਰੇਕ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ। ਅਸੀਂ ਕਿਸ ਦੇ ਨਾਲ ਸਾਂਝੀ ਕਰਨੀ ਹੈ? ਕਿਸੇ ਭਰੋਸੇਯੋਗ ਨਾਲ, ਜਿਸ ਦੇ ਉੱਪਰ ਸਾਨੂੰ ਵਿਸ਼ਵਾਸ ਹੋਵੇ। ਇਸੇ ਤਰ੍ਹਾਂ ਬੇਟਾ ਜੇ ਆਸ ਜਾਂ ਆਸ਼ਾਵਾਦ ਹੈ, ਇਹ ਕੀ ਹੈ? ਅਗਾਂਹ ਵਧੂ ਸਕਾਰਾਤਮਕ ਸੋਚ ਰੱਖਣੀ ਹੈ, ਹਮੇਸ਼ਾ ਪੋਜ਼ੀਟਿਵ ਸੋਚਣਾ ਹੈ, ਚੰਗਾ ਸੋਚਣਾ ਹੈ ਅਤੇ ਸਕਾਰਾਤਮਕ ਸੋਚ ਰੱਖਣੀ ਹੈ, ਆਪਟਿਮਿਸਟਿਕ ਰਹਿਣਾ ਹੈ। ਇਸੇ ਤਰ੍ਹਾਂ ਬੇਟਾ ਜਿਹੜਾ ਪਿਆਰ ਅਤੇ ਹਮਦਰਦੀ ਹੈ, ਉਹ ਕੀ ਹੈ ਕਿ ਸਾਨੂੰ ਹਮੇਸ਼ਾ ਦੂਜਿਆਂ ਦੀ ਬਿਹਤਰੀ ਬਾਰੇ ਸੋਚ ਕੇ ਆਪਣੀ ਸਮਰੱਥਾ ਮੁਤਾਬਕ ਕਦਮ ਚੁੱਕਣੇ ਚਾਹੀਦੇ ਹਨ। ਬੇਟਾ ਜਿਹੜੀਆਂ ਨਕਾਰਾਤਮਕ ਭਾਵਨਾਵਾਂ ਹਨ, ਉਹਨਾਂ ਨੂੰ ਵੀ ਕੰਟਰੋਲ ਵਿੱਚ ਰੱਖਣਾ ਹੈ, ਬੈਲੈਂਸ ਬਣਾ ਕੇ ਚੱਲਣਾ ਹੈ। ਜੇ ਸਾਨੂੰ ਕਦੇ ਉਦਾਸੀ ਮਹਿਸੂਸ ਹੁੰਦੀ ਹੈ ਤਾਂ ਕੀ ਕਰਨਾ ਹੈ? ਉਸ ਟਾਈਮ 'ਤੇ ਕੁਝ ਚੰਗਾ ਸੋਚਣਾ ਹੈ, ਆਪਣਾ ਜਿਹੜਾ ਮਨਪਸੰਦ ਕੋਈ ਕੰਮ ਕਰਨਾ ਹੈ ਜੋ ਸਾਨੂੰ ਖੁਸ਼ੀ ਦੇਵੇ ਜਾਂ ਪ੍ਰਸੰਨਤਾ ਦੇਵੇ। ਜੇਕਰ ਕਦੇ ਸਾਨੂੰ ਬੇਚੈਨੀ, ਘਬਰਾਹਟ ਜਾਂ ਡਰ ਹੁੰਦਾ ਹੈ ਤਾਂ ਕੀ ਕਰਨਾ ਹੈ? ਅਸੀਂ ਕਾਰਨ ਲੱਭਣ ਦਾ ਯਤਨ ਕਰਨਾ ਹੈ ਕਿ ਇਹ ਸਾਨੂੰ ਬੇਚੈਨੀ, ਘਬਰਾਹਟ ਜਾਂ ਡਰ ਕਿਉਂ ਲੱਗ ਰਿਹਾ ਹੈ, ਇਸ ਦਾ ਕੀ ਕਾਰਨ ਹੈ। ਅਤੇ ਆਪਣੇ ਅਧਿਆਪਕ, ਵੱਡਿਆਂ, ਮਾਤਾ ਪਿਤਾ ਜਾਂ ਕਿਸੇ ਹੋਰ ਸਮਝਦਾਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ। ਇਸੇ ਤਰ੍ਹਾਂ ਬੇਟਾ ਜੇਕਰ ਕਦੀ ਈਰਖਾ ਜਾਂ ਸਾੜਾ ਹੁੰਦਾ ਹੈ
ਤਾਂ ਜਿਸ ਨਾਲ ਸਾਨੂੰ ਈਰਖਾ ਹੋ ਰਹੀ ਹੈ ਉਸ ਦੀਆਂ ਚੰਗੀਆਂ ਆਦਤਾਂ ਦੀ ਨਕਲ ਕਰਕੇ ਆਪਣੇ ਆਪ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਸੇ ਤਰ੍ਹਾਂ ਕਈ ਵਾਰੀ ਸਾਨੂੰ ਆਪਣੀ ਕਿਸੇ ਕੰਮ ਕਾਰਨ ਸ਼ਰਮਿੰਦਗੀ ਜਾਂ ਪਛਤਾਵਾ ਹੁੰਦਾ ਹੈ ਤਾਂ ਕੀ ਕਰਨਾ ਹੈ ਕਿ ਆਪਣੀ ਹੋਈ ਗਲਤੀ ਦੀ ਮਾफ़ੀ ਮੰਗ ਲੈਣੀ ਚਾਹੀਦੀ ਹੈ ਤੇ ਅੱਗੇ ਤੋਂ ਦੁਬਾਰਾ ਗਲਤੀ ਨਾ ਦੁਹਰਾਉਣ ਦਾ ਵਾਅਦਾ ਕਰਨਾ ਚਾਹੀਦਾ ਹੈ। ਬੇਟਾ ਜੇਕਰ ਕਦੀ ਸਾਨੂੰ ਕਿਸੇ ਨਾਲ ਗੁੱਸਾ ਜਾਂ ਨਾਰਾਜ਼ਗੀ ਹੈ ਤਾਂ ਕੀ ਕਰਨਾ ਹੈ, ਜਿਸ ਨਾਲ ਨਾਰਾਜ਼ਗੀ ਹੋਵੇ ਉਸ ਦੇ ਬੁਰੇ ਵਿਵਹਾਰ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕਰਨੀ ਹੈ। ਨਿਮਰਤਾ ਸਹਿਤ ਉਸ ਨੂੰ ਸੁਧਾਰ। ਬੇਟਾ ਹਮੇਸ਼ਾ ਯਾਦ ਰੱਖਣਾ ਹੈ ਕਿ ਆਪਣੀ ਸੋਚ ਹਮੇਸ਼ਾ ਹਾਂ ਪੱਖੀ, ਸਕਾਰਾਤਮਕ ਤੇ ਅਗਾਂਹ ਵਧੂ ਰੱਖਣੀ ਹੈ। ਪੋਜ਼ਿਟਿਵ ਐਟੀਟਿਊਡ ਨੂੰ ਅਪਣਾਉਣਾ ਹੈ। ਆਪਟਿਮਿਸਟਿਕ ਰਹਿਣਾ ਹੈ। ਬੇਟਾ ਤੁਹਾਨੂੰ ਇੱਕ ਸਾਰਣੀ ਦਿੱਤੀ ਗਈ ਹੈ। ਇਸ ਵਿੱਚ ਪਹਿਲਾਂ ਕੁਝ ਕਥਨ ਦਿੱਤੇ ਗਏ ਹਨ, ਸਟੇਟਮੈਂਟਸ ਹਨ। ਤੁਸੀਂ ਆਪਣੇ ਆਪ ਇਸ ਦੀ ਸੈਲਫ ਇਵੈਲਿਊਏਸ਼ਨ ਕਰਨੀ ਹੈ ਕਿ ਤੁਹਾਡੇ ਲਈ ਇਹ ਕਥਨ ਹਮੇਸ਼ਾ ਸਹੀ ਹਨ, ਕਦੇ-ਕਦੇ ਜਾਂ ਕਦੇ ਵੀ ਨਹੀਂ। ਬੇਟਾ ਇਸ ਤਰੀਕੇ ਦੇ ਨਾਲ ਸਭ ਤੋਂ ਪਹਿਲਾ ਕਥਨ ਜਾਂ ਸਟੇਟਮੈਂਟ ਕਿਹੜੀ ਹੈ? ਮੈਂ ਆਪਣੀ ਗੱਲ ਸਾਫ਼ ਅਤੇ ਸਪਸ਼ਟ ਰੂਪ ਵਿੱਚ ਕਰਦਾ ਹਾਂ। ਤੁਸੀਂ ਬੇਟਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਹਮੇਸ਼ਾ ਸਾਫ਼ ਤੇ ਸਪਸ਼ਟ ਰੂਪ ਵਿੱਚ ਕਰਦੇ ਹੋ ਤਾਂ ਹਮੇਸ਼ਾ ਦੇ ਨੀਚੇ ਸਹੀ ਦੀ ਟਿਕ ਲਗਾ ਦੇਣੀ ਹੈ। ਜੇ ਕਦੇ-ਕਦੇ ਕਰਦੇ ਹੋ ਤਾਂ ਉਸ ਦੇ ਨੀਚੇ ਲਗਾ ਦੇਣੀ ਹੈ ਤੇ ਜੇ ਕਦੇ ਵੀ ਨਹੀਂ ਕਰਦੇ ਤਾਂ ਇਮਾਨਦਾਰੀ ਦੇ ਨਾਲ ਕਦੇ ਵੀ ਨਹੀਂ ਦੇ ਨੀਚੇ ਜਿਹੜਾ ਬਾਕਸ ਹੈ ਉੱਥੇ ਟਿਕ ਲਗਾ ਦੇਣੀ ਹੈ। ਇਸੇ ਤਰ੍ਹਾਂ ਸੈਕਿੰਡ ਸਟੇਟਮੈਂਟ ਹੈ, ਮੈਂ ਆਪਣੇ ਆਪ ਉੱਤੇ ਭਰੋਸਾ ਰੱਖਦਾ ਹਾਂ। ਤੁਸੀਂ ਦੇਖਣਾ ਹੈ ਹਮੇਸ਼ਾ, ਕਦੇ-ਕਦੇ ਜਾਂ ਕਦੇ ਵੀ ਨਹੀਂ। ਥਰਡ ਹੈ, ਮੈਂ ਆਪਣਾ ਪੱਖ ਰੱਖਣ ਸਮੇਂ ਹਲੀਮੀ ਅਤੇ ਸਲੀਕੇ ਨਾਲ ਬੋਲਦਾ ਹਾਂ। ਚੌਥਾ ਨੰਬਰ ਹੈ, ਮੈਂ ਆਪਣੀਆਂ ਭਾਵਨਾਵਾਂ ਨੂੰ ਨਿਯੰਤਰਣ ਵਿੱਚ ਰੱਖਦਾ ਹਾਂ। ਪੰਜਵਾਂ ਹੈ, ਮੈਂ ਦੂਜਿਆਂ ਦੀ ਤਜਵੀਜ਼ ਉੱਪਰ ਗੌਰ ਕਰਦਾ ਹਾਂ। ਬੇਟਾ ਨੈਕਸਟ 6ਵਾਂ ਨੰਬਰ ਹੈ ਕਿ ਮੈਂ ਆਪਣੇ ਉਦੇਸ਼ ਵਿੱਚ ਸਫਲ ਹੋਣ ਲਈ ਹਾਂ ਪੱਖੀ ਵਤੀਰਾ ਰੱਖਦਾ ਹਾਂ। ਤੁਸੀਂ ਦੇਖਣਾ ਹੈ ਕਿ ਹਮੇਸ਼ਾ ਰੱਖਦੇ ਹੋ, ਕਦੇ-ਕਦੇ ਰੱਖਦੇ ਹੋ ਜਾਂ ਕਦੇ ਵੀ ਨਹੀਂ ਰੱਖਦੇ। ਇਸੇ ਹਿਸਾਬ ਦੇ ਨਾਲ ਸਹੀ ਦੀ ਟਿਕ ਲਗਾਉਣੀ ਹੈ। 7ਵਾਂ ਨੰਬਰ ਹੈ, ਮੈਂ ਦੂਸਰਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਹਾਂ। ਨੈਕਸਟ ਹੈ, ਮੈਂ ਲੋੜ ਅਨੁਸਾਰ ਇਨਕਾਰ ਕਰਨ ਦੀ ਹਿੰਮਤ ਰੱਖਦਾ ਹਾਂ। ਮੈਂ ਦੂਜਿਆਂ ਦੇ ਨੁਕਸ ਲੱਭਣ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਦੂਜਿਆਂ ਦੇ ਵਿਚਾਰ ਠਰੰਮੇ ਨਾਲ ਸੁਣਦਾ ਹਾਂ। ਬੇਟਾ ਹੁਣ ਤੁਸੀਂ ਸੋਚ ਵਿਚਾਰ ਕੇ ਆਪਣੇ ਆਪ ਆਪਣੇ ਅੰਦਰ ਝਾਤੀ ਮਾਰ ਕੇ ਸੈਲਫ ਇਵੈਲਿਊਏਸ਼ਨ ਕਰਨੀ ਹੈ। ਆਪਣਾ ਖੁਦ ਦਾ ਟੈਸਟ ਲੈਣਾ ਹੈ ਕਿ ਤੁਸੀਂ ਇਹਨਾਂ ਵਿੱਚੋਂ ਕਿਹੜੇ-ਕਿਹੜੇ ਕਥਨਾਂ ਦੇ ਨਾਲ ਹਮੇਸ਼ਾ ਸਹਿਮਤ ਹੋ, ਕਿਹੜੇ ਹਨ ਜਿਹੜੇ ਤੁਸੀਂ ਕਦੇ-ਕਦੇ ਕਰਦੇ ਹੋ ਜਾਂ ਕਿਹੜੇ ਹਨ ਜਿਹੜੇ ਕਦੇ ਵੀ ਨਹੀਂ ਕਰਦੇ। ਤੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਸੈਲਫ ਇਵੈਲਿਊਏਸ਼ਨ ਕਰ ਲੈਣੀ ਹੈ। ਤੁਸੀਂ ਦੇਖ ਲੈਣਾ ਹੈ ਕਿ ਇਹਨਾਂ ਵਿੱਚੋਂ ਕਿਹੜੇ ਕਥਨ ਹਨ, ਕਿਹੜੀਆਂ ਸਟੇਟਮੈਂਟਸ ਹਨ ਜਿਹੜੀਆਂ ਤੁਸੀਂ ਹਮੇਸ਼ਾ ਕਰਦੇ ਹੋ, ਕਿਹੜੀਆਂ ਤੁਸੀਂ ਕਦੇ ਵੀ ਨਹੀਂ ਕੀਤੀਆਂ ਤੇ ਕਿਹੜੇ ਹਨ ਜਿਹੜੇ ਤੁਸੀਂ ਕਦੇ-ਕਦੇ ਕਰਦੇ ਹੋ। ਬੇਟਾ ਇਸ ਤਰੀਕੇ ਨਾਲ ਤੁਸੀਂ ਦੇਖਣਾ ਹੈ ਕਿ ਕਿਹੜੀਆਂ ਚੀਜ਼ਾਂ ਵਿੱਚ ਤੁਹਾਨੂੰ ਇੰਪਰੂਵਮੈਂਟ ਕਰਨ ਦੀ ਲੋੜ ਹੈ, ਕਿਹੜੇ ਹਨ ਜਿਹੜੇ ਤੁਹਾਨੂੰ ਅਜੇ ਆਪਣੇ ਵਿੱਚ ਸੁਧਾਰ ਕਰਨੇ ਹਨ, ਜਿਹੜੇ ਤੁਸੀਂ ਆਪਣੇ ਆਪ ਨੂੰ ਸੋਚਦੇ ਹੋ ਕਿ ਹਾਂ ਮੈਂ ਇਹ ਸੁਧਾਰ ਕਰ ਸਕਦਾ ਹਾਂ, ਇਹ ਮੈਨੂੰ ਕਰਨੇ ਚਾਹੀਦੇ ਹਨ। ਮੈਨੂੰ ਆਪਣੀ ਸ਼ਖਸੀਅਤ ਦੇ ਸਰਵਪੱਖੀ ਵਿਕਾਸ ਲਈ, ਆਪਣੀ ਪਰਸਨੈਲਿਟੀ ਦੀ ਡਿਵੈਲਪਮੈਂਟ ਲਈ ਅਤੇ ਆਪਣੇ ਆਪ ਵਿੱਚ ਹੋਰ ਇੰਪਰੂਵਮੈਂਟ ਕਰਨ ਲਈ, ਸਕਸੈਸਫੁਲ ਹੋਣ ਲਈ ਮੈਂ ਕਿਹੜੇ-ਕਿਹੜੇ ਸੁਧਾਰ ਕਰਨੇ ਹਨ। ਬੇਟਾ ਆਪਣੇ ਸਵੈ ਪ੍ਰਗਟਾਵੇ ਲਈ, ਸੈਲਫ ਐਕਸਪ੍ਰੈਸ਼ਨ ਲਈ ਡਾਇਰੀ ਲਿਖਣਾ ਇੱਕ ਬਹੁਤ ਹੀ ਵਧੀਆ ਆਦਤ ਹੈ। ਸਾਨੂੰ ਰੋਜ਼ਾਨਾ ਡਾਇਰੀ ਲਿਖਣ ਦੀ ਆਦਤ ਅਪਣਾਉਣੀ ਚਾਹੀਦੀ ਹੈ। ਬੇਟਾ ਡਾਇਰੀ ਸਾਡੇ ਸੁੱਖ ਦੁੱਖ ਦਾ ਸਾਥੀ ਬਣ ਸਕਦੀ ਹੈ ਅਤੇ ਇੱਕ ਭਰੋਸੇਯੋਗ ਮਿੱਤਰ ਵਾਂਗੂ ਸਾਡੇ ਸਾਰੇ ਰਾਜ ਸੰਭਾਲ ਕੇ ਰੱਖਣ ਦਾ ਕਾਰਜ ਕਰ ਸਕਦੀ ਹੈ। ਜਿਹੜੀਆਂ ਗੱਲਾਂ ਅਸੀਂ ਕਿਸੇ ਹੋਰ ਨਾਲ ਕਰਨ ਤੋਂ ਕਈ ਵਾਰ ਝਿਜਕ ਮਹਿਸੂਸ ਕਰਦੇ ਹਾਂ, ਉਹ ਆਪਣੀ ਡਾਇਰੀ ਵਿੱਚ ਲਿਖ ਕੇ ਆਪਣਾ ਮਨ ਹਲਕਾ ਕਰ ਸਕਦੇ ਹਾਂ। ਰੋਜ਼ਾਨਾ ਆਪਣੀ ਨਿੱਜੀ ਡਾਇਰੀ ਲਿਖਣ ਦੇ ਸਾਨੂੰ ਅਨੇਕਾਂ ਹੀ ਫਾਇਦੇ ਹੋ ਸਕਦੇ ਹਨ। ਜਿਵੇਂ ਸਭ ਤੋਂ ਪਹਿਲਾਂ ਜਿਵੇਂ ਦੱਸਿਆ ਹੈ, ਸਵੈ ਪ੍ਰਗਟਾਵਾ ਜਾਂ ਸੈਲਫ ਐਕਸਪ੍ਰੈਸ਼ਨ। ਦੂਸਰਾ ਹੈ ਆਤਮ ਵਿਸ਼ਵਾਸ ਵਿੱਚ ਵਾਧਾ, ਸੈਲਫ ਕੌਨਫੀਡੈਂਸ ਵੱਧਦਾ ਹੈ। ਬੇਟਾ ਸ਼ਬਦ ਜੋੜਾਂ ਵਿੱਚ ਸੁਧਾਰ ਆਉਂਦਾ ਹੈ ਅਤੇ ਸਾਡੀਆਂ ਮਿੱਠੀਆਂ ਖੱਟੀਆਂ ਅਭੁੱਲ ਯਾਦਾਂ ਸਾਰੀਆਂ ਸਾਡੀ ਡਾਇਰੀ ਵਿੱਚ ਲਿਖੀਆਂ ਜਾਂਦੀਆਂ ਹਨ। ਇਸ ਤਰ੍ਹਾਂ ਡਾਇਰੀ ਸਾਡਾ ਇੱਕ ਸੱਚਾ ਸਾਥੀ ਬਣ ਜਾਂਦੀ ਹੈ, ਸਾਡਾ ਇੱਕ ਸੱਚਾ ਮਿੱਤਰ ਬਣ ਜਾਂਦੀ ਹੈ।
ਬੇਟਾ ਡਾਇਰੀ ਲਿਖਣ ਨਾਲ ਸਾਡੇ ਉਦੇਸ਼ ਵੀ ਸਪਸ਼ਟ ਹੋ ਜਾਂਦੇ ਹਨ। ਸਾਨੂੰ ਆਪਣੇ ਗੋਲਸ ਦੀ ਕਲੈਰਿਟੀ ਪਤਾ ਲੱਗ ਜਾਂਦੀ ਹੈ ਕਿ ਅਸੀਂ ਕਿਸ ਮੰਜ਼ਿਲ ਤੱਕ ਕਿਵੇਂ ਪਹੁੰਚਣਾ ਹੈ। ਇਸ ਤਰ੍ਹਾਂ ਸਾਨੂੰ ਆਪਣੀਆਂ ਖੂਬੀਆਂ ਅਤੇ ਕਮੀਆਂ ਦੀ ਪਹਿਚਾਣ ਕਰਨ ਵਿੱਚ ਵੀ ਡਾਇਰੀ ਸਾਡੀ ਮਦਦ ਕਰਦੀ ਹੈ। ਸਾਡੀ ਸਵੈ ਪੜਚੋਲ ਅਤੇ ਸਾਡੀ ਸਕਾਰਾਤਮਕ ਸੋਚ ਵੀ ਡਾਇਰੀ ਜਿਹੜੀ ਹੈ ਉਹ ਸਾਡੀ ਹੈਲਪ ਕਰ ਸਕਦੀ ਹੈ। ਇਸ ਤਰ੍ਹਾਂ ਸਾਡੀ ਲਿਖਾਈ ਵਿੱਚ ਸੁਧਾਰ ਆਉਂਦਾ ਹੈ, ਸਾਡੀ ਹੈਂਡਰਾਈਟਿੰਗ ਸੁਧਰ ਜਾਂਦੀ ਹੈ ਅਤੇ ਸਾਨੂੰ ਰੋਜ਼ਾਨਾ ਹੀ ਆਪਣੀਆਂ ਭੁੱਲਾਂ ਗਲਤੀਆਂ ਤੋਂ ਕਈ ਤਰ੍ਹਾਂ ਦੀ ਸਿੱਖਿਆਵਾਂ ਮਿਲਦੀਆਂ ਹਨ। ਇਹ ਸਭ ਕਾਰਜ ਸਾਡੀ ਡਾਇਰੀ ਕਰਦੀ ਹੈ। ਕਿਵੇਂ ਕਰਦੀ ਹੈ? ਇੱਕ ਸੱਚੇ ਸਾਥੀ ਵਾਂਗੂ। ਆਪਣੀ ਡਾਇਰੀ ਨੂੰ ਗੂੜਾ ਮਿੱਤਰ ਜਾਂ ਬੈਸਟ ਫਰੈਂਡ ਬਣਾਉਣ ਲਈ ਸਾਨੂੰ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੁੰਦੀ ਹੈ। ਅਸੀਂ ਆਪਣੇ ਦਿਨ ਭਰ ਵਿੱਚ ਕੀਤੇ ਕੰਮਾਂ ਨੂੰ ਸ਼ਾਮ ਨੂੰ ਆਪਣੀ ਡਾਇਰੀ ਵਿੱਚ ਨੋਟ ਕਰ ਲੈਣਾ ਹੈ। ਬੇਟਾ ਤੁਹਾਨੂੰ ਤੁਹਾਡੀ ਬੁੱਕ ਵਿੱਚ ਦਿੱਤਾ ਗਿਆ ਹੈ ਕਿ ਤੁਸੀਂ ਡਾਇਰੀ ਕਿਸ ਤਰ੍ਹਾਂ ਲਿਖਣੀ ਹੈ। ਤੁਹਾਨੂੰ ਫਾਰਮੈਟ ਦਿੱਤਾ ਗਿਆ ਹੈ। ਸਭ ਤੋਂ ਪਹਿਲਾਂ ਤੁਸੀਂ ਮਿਤੀ ਜਾਂ ਤਰੀਕ ਪਾਉਣੀ ਹੈ, ਫਿਰ ਦਿਨ ਲਿਖਣਾ ਹੈ, ਫਿਰ ਸਮਾਂ ਨੋਟ ਕਰ ਲੈਣਾ ਹੈ ਅਤੇ ਅੱਗੋਂ ਆਪਣੀ ਡਾਇਰੀ ਨੂੰ ਸੰਬੋਧਨ ਹੁੰਦਿਆਂ ਹੋਇਆਂ ਆਪਣਾ ਮਨ ਦੀਆਂ ਸਾਰੀਆਂ ਗੱਲਾਂ ਜੋ ਵੀ ਤੁਸੀਂ ਲਿਖਣਾ ਚਾਹੁੰਦੇ ਹੋ ਉਸਨੂੰ ਸਾਫ਼ ਸੁੰਦਰ ਲਿਖਾਈ ਵਿੱਚ ਲਿਖ ਲੈਣਾ ਹੈ। ਬੇਟਾ ਤੁਸੀਂ ਰੋਜ਼ਾਨਾ 5, 10, 15 ਮਿੰਟ ਆਪਣੀ ਡਾਇਰੀ ਲਿਖਣ 'ਤੇ ਲਗਾ ਸਕਦੇ ਹੋ। ਆਰਾਮ ਨਾਲ ਇੰਨਾ ਸਮਾਂ ਤੁਸੀਂ ਕੱਢ ਸਕਦੇ ਹੋ ਅਤੇ ਜੇਕਰ ਤੁਸੀਂ ਇਸ ਨੂੰ ਆਪਣੀ ਆਦਤ ਬਣਾ ਲਓਗੇ ਤਾਂ ਹੌਲੀ ਹੌਲੀ ਤੁਹਾਡੀ ਰੂਟੀਨ ਦਾ ਹਿੱਸਾ ਬਣ ਜਾਵੇਗੀ ਅਤੇ ਤੁਹਾਨੂੰ ਇਹ ਕਦੇ ਵੀ ਔਖਾ ਨਹੀਂ ਲੱਗੇਗਾ। ਤੁਸੀਂ ਹਮੇਸ਼ਾ ਖੁਸ਼ ਰਹੋਗੇ, ਡਾਇਰੀ ਲਿਖ ਕੇ ਆਨੰਦ ਮਹਿਸੂਸ ਕਰੋਗੇ। ਬੇਟਾ ਹੁਣ ਤੁਸੀਂ ਕੁਝ ਗੱਲਾਂ ਫਿਰ ਤੋਂ ਰਿਵਾਈਜ਼ ਕਰਨੀਆਂ ਹਨ। ਕੀ ਕਰਨਾ ਹੈ? ਬੇਟਾ ਸਵੀਕਾਰ ਕਰਨਾ ਸਿੱਖਣਾ ਹੈ। ਅਸੀਂ ਹਰੇਕ ਕਿਸੇ ਨੂੰ ਬਦਲ ਨਹੀਂ ਸਕਦੇ, ਇਸ ਲਈ ਅਸੀਂ ਉਹਨਾਂ ਨੂੰ ਐਜ਼ ਇਟ ਇਜ਼ ਐਕਸੈਪਟ ਕਰਨਾ ਸਿੱਖਣਾ ਹੈ। ਕੁਝ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਨਾ ਸਿੱਖਣਾ ਹੈ ਕਿਉਂਕਿ ਤੁਸੀਂ ਹਰੇਕ ਨੂੰ ਬਦਲ ਨਹੀਂ ਸਕਦੇ। ਬੇਟਾ ਆਪਣੇ ਆਪ ਵਿੱਚ ਸੁਧਾਰ ਕਰਨ ਦੇ ਯਤਨ ਕਰ ਸਕਦੇ ਹਾਂ। ਬੇਟਾ ਸਭ ਤੋਂ ਜ਼ਰੂਰੀ ਗੱਲ ਕੀ ਹੈ? ਆਪਣੇ ਗੁੱਸੇ ਦਾ ਕਾਰਨ ਅਤੇ ਉਸ ਕਾਰਨ ਦਾ ਹੱਲ ਲੱਭਣ ਦੀ ਕੋਸ਼ਿਸ਼ ਵੀ ਸਾਨੂੰ ਆਪ ਹੀ ਕਰਨੀ ਪਵੇਗੀ। ਬੇਟਾ ਆਪਣੇ ਆਪ 'ਤੇ ਆਪਣੇ ਗੁੱਸੇ 'ਤੇ ਕਾਬੂ ਕਰਨ ਲਈ ਸਾਨੂੰ ਕੁਝ ਨੁਕਤਿਆਂ ਦਾ ਧਿਆਨ ਰੱਖਣਾ ਪਵੇਗਾ। ਬੇਟਾ ਅਸੀਂ ਆਪਣੀ ਡਾਇਰੀ 'ਤੇ ਲਿਖ ਲੈਣਾ ਹੈ ਕਿ ਮੈਂ ਆਪਣੇ ਗੁੱਸੇ ਨੂੰ ਕਾਬੂ ਕਰ ਸਕਦਾ ਹਾਂ, ਮੈਂ ਕੰਟਰੋਲ ਕਰ ਸਕਦਾ ਹਾਂ। ਆਪਣੀ ਡਾਇਰੀ 'ਤੇ ਦੂਜਾ ਪੁਆਇੰਟ ਕੀ ਲਿਖਣਾ ਹੈ ਕਿ ਮੈਂ ਜਾਣਦਾ ਹਾਂ ਕਿ ਮੈਂ ਆਪਣਾ ਗੁੱਸਾ ਕਿਵੇਂ ਕਾਬੂ ਕਰਨਾ ਹੈ। ਮੀਨਸ ਕਿ ਮੈਨੂੰ ਤਰੀਕਾ ਵੀ ਪਤਾ ਹੈ, ਮੈਂ ਆਪਣੇ ਗੁੱਸੇ ਨੂੰ ਹਾਵੀ ਨਹੀਂ ਹੋਣ ਦੇ ਸਕਦਾ। ਬੇਟਾ ਇਹ ਲਿਖਣਾ ਹੈ ਕਿ ਮੈਂ ਕਿਉਂ, ਕਿਵੇਂ ਅਤੇ ਕੀ ਕਰਨਾ ਹੈ ਤਾਂ ਕਿ ਮੇਰਾ ਗੁੱਸਾ ਜਾਂ ਮੇਰੀਆਂ ਭਾਵਨਾਵਾਂ ਮੇਰੇ ਕਾਬੂ ਵਿੱਚ ਰਹਿਣ ਅਤੇ ਮੈਂ ਇੱਕ ਸੰਤੁਲਨ ਕਾਇਮ ਕਰ ਸਕਾਂ ਅਤੇ ਆਪਣੀ ਪਰਸਨੈਲਿਟੀ ਨੂੰ ਡਿਵੈਲਪ ਕਰ ਸਕਾਂ। ਬੇਟਾ ਇਹ ਚੀਜ਼ਾਂ ਆਪਣੀ ਡਾਇਰੀ ਵਿੱਚ ਨੋਟ ਕਰ ਲੈਣੀਆਂ ਹਨ ਅਤੇ ਰੋਜ਼ਾਨਾ ਇਸ ਨੂੰ ਪੜ੍ਹਨਾ ਹੈ, ਰਿਵਾਈਜ਼ ਕਰਨਾ ਹੈ। ਇਸ ਤੋਂ ਅੱਗੇ ਬੇਟਾ ਅਸੀਂ ਗੁੱਸੇ 'ਤੇ ਕਾਬੂ ਕਰਨ ਲਈ ਹੋਰ ਕੀ ਕਰਨਾ ਹੈ? ਆਪਣੀ ਸਹਿਣਸ਼ੀਲਤਾ ਨੂੰ ਵਧਾਉਣਾ ਹੈ। ਸਾਡੇ ਵਿੱਚ ਸਹਿਣ ਕਰਨ ਦੀ ਸ਼ਕਤੀ ਹੋਣੀ ਚਾਹੀਦੀ ਹੈ। ਜੇ ਤੁਸੀਂ ਗੁੱਸੇ, ਕ੍ਰੋਧ ਉੱਪਰ ਕੰਟਰੋਲ ਕਰਨ ਵਿੱਚ ਸਫਲ ਹੋ ਜਾਂਦੇ ਹੋ ਤਾਂ ਤੁਸੀਂ ਜ਼ਰੂਰ ਹੀ ਸੱਭਿਅਕ ਇਨਸਾਨ ਬਣ ਸਕਦੇ ਹੋ। ਤੁਹਾਡੀ ਜਿਹੜੀ ਲਾਈਫ ਹੈ ਖੁਸ਼ਹਾਲ ਹੋ ਜਾਵੇਗੀ ਅਤੇ ਸੁਖਦਾਈ ਜੀਵਨ ਬਤੀਤ ਕਰੋਗੇ। ਤੁਹਾਡੇ ਆਸ-ਪਾਸ ਦੇ ਲੋਕ ਵੀ ਖੁਸ਼ ਰਹਿਣਗੇ ਅਤੇ ਤੁਸੀਂ ਆਪ ਵੀ ਖੁਸ਼ ਰਹੋਗੇ। ਇਸੇ ਤਰ੍ਹਾਂ ਬੇਟਾ ਜਿਵੇਂ ਅਸੀਂ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਹਾਂ ਪੱਖੀ ਸਕਾਰਾਤਮਕ ਵਤੀਰਾ ਰੱਖਣਾ ਹੈ, ਪੋਜ਼ੀਟਿਵ ਐਟੀਟਿਊਡ ਜਾਂ ਆਪਟਿਮਿਜ਼ਮ ਨੂੰ ਅਪਣਾਉਣਾ ਹੈ। ਪਿਆਰੇ ਵਿਦਿਆਰਥੀਓ, ਆਪਣੀ ਸੋਚ ਨੂੰ ਹਾਂ ਪੱਖੀ ਅਤੇ ਸਕਾਰਾਤਮਕ ਬਣਾਉਣਾ ਚਾਹੀਦਾ ਹੈ ਅਤੇ ਹਮੇਸ਼ਾ ਅਗਾਂਹ ਵਧੂ ਵਿਚਾਰਨਾ ਦੇ ਧਾਰਨੀ ਬਣਨਾ ਚਾਹੀਦਾ ਹੈ। ਬੇਟਾ ਜਿਸ ਤਰ੍ਹਾਂ ਦੀ ਸੋਚ ਹੋਵੇਗੀ ਉਸੇ ਤਰ੍ਹਾਂ ਦੀ ਸਾਡੀ ਜ਼ਿੰਦਗੀ ਬਣ ਜਾਂਦੀ ਹੈ। ਇਸ ਲਈ ਅਸੀਂ ਅਗਾਂਹ ਵਧੂ ਸੋਚ ਹੀ ਰੱਖਣੀ ਹੈ, ਆਪਟਿਮਿਸਟਿਕ ਹੀ ਰਹਿਣਾ ਹੈ। ਬੇਟਾ ਆਪਣੇ ਆਪ ਉੱਤੇ ਭਰੋਸਾ ਰੱਖੋ, ਪਰੰਤੂ ਆਪਣੀ ਆਲੋਚਨਾ ਸੁਣਨ ਦੀ ਹਿੰਮਤ ਵੀ ਰੱਖੋ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਵੀ ਅਹਿਮੀਅਤ ਦਿਓ। ਕਦੇ ਵੀ ਬਹਿਸਬਾਜ਼ੀ 'ਚ ਨਹੀਂ ਪੈਣਾ, ਦੂਜਿਆਂ ਦੇ ਵਿਚਾਰ ਵੀ ਸੁਣਨੇ ਹਨ ਅਤੇ ਉਹਨਾਂ ਦੇ ਵਿਚਾਰਾਂ ਨੂੰ ਬਣਦੀ ਅਹਿਮੀਅਤ ਵੀ ਦੇਣੀ ਹੈ। ਹਮੇਸ਼ਾ ਅਸੀਂ ਨਹੀਂ ਠੀਕ ਹੁੰਦੇ, ਜ਼ਰੂਰੀ ਨਹੀਂ ਹੈ ਕਿ ਅਸੀਂ ਹਮੇਸ਼ਾ ਹੀ ਠੀਕ ਹਾਂ, ਕਰੈਕਟ ਹਾਂ। ਇਸ ਲਈ ਅਸੀਂ ਦੂਜਿਆਂ ਦੀ ਤਜਵੀਜ਼ ਵੀ ਸੁਣਨੀ ਹੈ, ਦੂਜਿਆਂ ਦੇ ਵਿਚਾਰਾਂ ਨੂੰ ਵੀ ਅਹਿਮੀਅਤ ਦੇਣੀ ਹੈ। ਪਿਆਰੇ ਵਿਦਿਆਰਥੀਓ, ਹਮੇਸ਼ਾ ਆਪਣੇ ਵਿਚਾਰਾਂ ਵਿੱਚ ਪਾਰਦਰਸ਼ਤਾ ਰੱਖੋ, ਟਰਾਂਸਪੇਰੈਂਸੀ ਰੱਖੋ। ਹਲੀਮੀ ਨਾਲ ਆਪਣਾ ਪੱਖ ਪੇਸ਼ ਕਰੋ, ਪਰੰਤੂ
ਫਿਰ ਤੋਂ ਮੈਂ ਕਹਿ ਰਹੀ ਹਾਂ ਕਿ ਦੂਜਿਆਂ ਦੀ ਧਾਰਨਾ ਅਤੇ ਤਜਵੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਆਪਣਾ ਪੱਖ ਵੀ ਪੇਸ਼ ਕਰਨਾ ਹੈ, ਲੇਕਿਨ ਕਿਵੇਂ? ਅਗਰੈਸਿਵਲੀ ਨਹੀਂ, ਹਲੀਮੀ ਨਾਲ, ਨਿਮਰਤਾ ਨਾਲ, ਆਰਾਮ ਨਾਲ ਆਪਣੀ ਗੱਲ ਦੱਸਣੀ ਹੈ, ਆਪਣਾ ਪੱਖ ਪੇਸ਼ ਕਰਨਾ ਹੈ। ਕਾਹਲੀ ਨਹੀਂ ਕਰਨੀ, ਬਹਿਸ ਨਹੀਂ ਕਰਨੀ। ਬੇਟਾ, ਆਪਣੀਆਂ ਭਾਵਨਾਵਾਂ ਦਾ ਸੰਤੁਲਨ ਕਾਇਮ ਰੱਖਣ ਲਈ ਅਸੀਂ ਆਪਣੀ ਕਲਾਸ, ਸਕੂਲ ਜਾਂ ਘਰ ਵਿੱਚ ਇੱਕ ਸ਼ਾਂਤਮਈ ਕੋਨਾ ਜਾਂ ਪੀਸ ਕਾਰਨਰ ਵੀ ਬਣਾ ਸਕਦੇ ਹਾਂ, ਜਿੱਥੇ ਅਸੀਂ ਟਿਕਾ ਜਾਂ ਵਿਸ਼ਰਾਮ ਮਹਿਸੂਸ ਕਰ ਸਕਦੇ ਹਾਂ। ਇਸ ਕੋਨੇ ਵਿੱਚ ਜਾ ਕੇ ਆਪਣਾ ਕੋਈ ਵੀ ਮਨਪਸੰਦ ਕੰਮ ਕਰ ਸਕਦੇ ਹਾਂ, ਜੋ ਸਾਨੂੰ ਤਣਾਅ ਮੁਕਤ ਕਰੇ, ਸਾਨੂੰ ਟਿਕਾ ਦੇਵੇ ਜਾਂ ਸਾਨੂੰ ਉਸ ਨਾਲ ਰਿਲੈਕਸੇਸ਼ਨ ਫੀਲ ਹੋਵੇ। ਬੇਟਾ, ਇਸ ਤਰ੍ਹਾਂ ਅਸੀਂ ਪੀਸ ਕਾਰਨਰ ਜਿੱਥੇ ਵੀ ਸਾਨੂੰ ਲੱਗਦਾ ਹੈ ਆਪਣੇ ਵੱਡਿਆਂ ਨਾਲ, ਅਧਿਆਪਕਾਂ ਨਾਲ ਜਾਂ ਮਾਤਾ ਪਿਤਾ ਨਾਲ ਸਲਾਹ ਕਰਕੇ ਅਸੀਂ ਆਪਣੇ ਘਰ ਵਿੱਚ ਬਣਾ ਸਕਦੇ ਹਾਂ। ਬੇਟਾ, ਇਸ ਕੋਨੇ ਵਿੱਚ ਆਪਣਾ ਕੋਈ ਵੀ ਮਨਪਸੰਦ ਕੰਮ, ਜਿਵੇਂ ਕੋਈ ਤਸਵੀਰ ਬਣਾਉਣੀ, ਕਾਰਟੂਨ ਬਣਾਉਣਾ, ਆਪਣੀਆਂ ਭਾਵਨਾਵਾਂ ਨੂੰ ਕਾਗਜ਼ 'ਤੇ ਲਿਖ ਕੇ ਉਸ ਕਾਗਜ਼ ਨੂੰ ਪਾੜ ਦੇਣਾ, ਜਾਂ ਕੋਈ ਕਸਰਤ ਕਰਨੀ, ਐਕਸਰਸਾਈਜ਼ ਕਰਨੀ, ਅਜਿਹਾ ਕੰਮ ਕੋਈ ਵੀ ਕਰ ਸਕਦੇ ਹਾਂ। ਬੇਟਾ, ਸ਼ਾਂਤਮਈ ਕੋਨਾ ਜਾਂ ਪੀਸ ਕਾਰਨਰ ਬਣਾਉਣ ਲਈ ਆਪਣੇ ਅਧਿਆਪਕ ਜਾਂ ਕਿਸੇ ਵੱਡੇ ਨਾਲ, ਮਾਤਾ ਪਿਤਾ ਨਾਲ ਸਲਾਹ ਮਸ਼ਵਰਾ ਕਰ ਸਕਦੇ ਹਾਂ। ਬੇਟਾ, ਫਿਰ ਤੋਂ ਅਸੀਂ ਇੱਕ ਵਾਰ ਫਿਰ ਗੱਲ ਕਰੀਏ ਕਿ ਸਾਡੇ ਇਮੋਸ਼ਨ ਜਾਂ ਭਾਵਨਾਵਾਂ ਦੇ ਸੰਤੁਲਨ ਨੂੰ ਕਾਇਮ ਰੱਖਣ ਦੀ ਲੋੜ ਕਿਉਂ ਹੈ? ਕਿਉਂਕਿ ਸਾਡੀ ਮਾਨਸਿਕ ਸਿਹਤ, ਪਰਿਵਾਰਿਕ ਸੰਬੰਧ, ਸਾਡੇ ਸਮਾਜਿਕ ਰਿਸ਼ਤੇ, ਸਾਡੀ ਸਿੱਖਣ ਦੀ ਸਮਰੱਥਾ, ਸਾਡੀ ਫੈਸਲਾ ਲੈਣ ਦੀ ਕਾਬਲੀਅਤ ਅਤੇ ਸਾਡੇ ਸਰੀਰ ਦੀ ਸਿਹਤ ਦੀ ਤੰਦਰੁਸਤੀ ਜਿਹੜੀ ਹੈ, ਉਹ ਸਭ ਸਾਡੀਆਂ ਭਾਵਨਾਵਾਂ ਦੇ ਸੰਤੁਲਨ ਨਾਲ ਜੁੜੇ ਹੋਏ ਹਨ। ਇਸ ਲਈ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਪੈਂਦੀ ਹੈ। ਬੇਟਾ, ਮੈਨੂੰ ਪੂਰੀ ਉਮੀਦ ਹੈ, ਮੈਂ ਆਸ ਕਰਦੀ ਹਾਂ ਕਿ ਅੱਜ ਦੇ ਇਸ ਟੌਪਿਕ ਵਿੱਚ, ਅੱਜ ਦੀ ਵਿਚਾਰ ਚਰਚਾ ਵਿੱਚ ਤੁਸੀਂ ਜ਼ਰੂਰ ਹੀ ਆਪਣੀਆਂ ਭਾਵਨਾਵਾਂ ਦੇ ਸੰਤੁਲਨ ਨੂੰ ਕਾਇਮ ਕਰਨ ਬਾਰੇ ਸਿੱਖਿਆ ਹੋਵੇਗਾ। ਤੁਸੀਂ ਕੁਝ ਨੁਕਤੇ ਅਪਣਾਉਣ ਦਾ ਯਤਨ ਕਰੋਗੇ, ਜਿਨ੍ਹਾਂ ਨਾਲ ਤੁਹਾਡੀ ਬੈਲੈਂਸਡ ਪਰਸਨੈਲਿਟੀ ਜਿਹੜੀ ਹੈ ਹੋਰ ਵੀ ਡਿਵੈਲਪ ਹੋਵੇ, ਤੁਹਾਡੀ ਸ਼ਖਸੀਅਤ ਦਾ ਸਰਬਪੱਖੀ ਵਿਕਾਸ ਹੋਵੇ ਅਤੇ ਤੁਸੀਂ ਅੱਗੇ ਅੱਗੇ ਵੱਧਦੇ ਜਾਓ, ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਓ ਅਤੇ ਸੱਭਿਅਕ ਇਨਸਾਨ ਬਣ ਕੇ, ਸਕਸੈਸਫੁਲ ਸਿਟੀਜ਼ਨਸ ਆਫ ਕੰਟਰੀ ਬਣ ਕੇ ਅਤੇ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਤੀਤ ਕਰੋ। ਸਟੇ ਬਲੈਸਡ, ਸਟੇ ਹੈਪੀ, ਸਟੇ ਫੋਕਸਡ। ਥੈਂਕ ਯੂ ਸੋ ਮਚ।